ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਪਾਵਨ ਮਿੱਠੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਰਾਗ ਜੈਤਸਰੀ ਦੇ ਅੰਦਰ 700 ਅੰਗ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਅੰਦਰ ਫਰਮਾਉਂਦੇ ਨੇ, ਜੈਤਸਰੀ ਮਹੱਲਾ ਪੰਜਵਾ, ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਣ ਈਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਇਹ ਪਾਵਨ ਸ਼ਬਦ ਦੇ ਅੰਦਰ ਕਿ ਕੋਈ ਇਹ ਗੱਲ ਜਾਣਦਾ ਹੈ ਕਿ ਇਸ ਦੁਨੀਆ ਦੇ ਵਿੱਚ ਅਸਲੀ ਮਿੱਤਰ ਕੌਣ ਹੁੰਦਾ ਸਾਡਾ। ਦੁਨੀਆ ਦੇ ਵਿੱਚ ਆ ਕੇ ਬਹੁਤ ਸਾਰੇ ਬੱਚੇ ਜਿਹੜੇ ਆ, ਨਿੱਤ ਹੀ ਉਹਨਾਂ ਦੇ ਜਨਮ ਹੋ ਰਹੇ ਆ, ਫਿਰ ਹੌਲੀ ਹੌਲੀ ਉਹ ਵੱਡੇ ਹੁੰਦੇ ਆ। ਕਈ ਵਾਰ ਉਹ ਕਿਸੇ ਚੀਜ਼ ਨੂੰ ਆਪਣਾ ਦੋਸਤ ਮੰਨਦੇ ਆ, ਕੋਈ ਕਿਸੇ ਚੀਜ਼ ਨੂੰ, ਕੋਈ ਕਹਿੰਦਾ ਮੈਨੂੰ ਮਾਇਆ ਦਾ ਹੀ ਹੌਸਲਾ ਹੈ, ਇਹੀ ਮਿੱਤਰ ਆ। ਕੋਈ ਇਸ ਤਰ੍ਹਾਂ ਆਪਣੇ ਦੋਸਤ ਬਣਾਉਂਦਾ, ਪਰ ਕੋਈ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਜਿਹੜਾ ਜਾਣਦਾ ਹੈ ਕਿ ਇਸ ਦੁਨੀਆ ਦੇ ਅੰਦਰ, ਇਹ ਜੱਗ ਦੇ ਅੰਦਰ ਮੀਤ ਕਵਣ ਈਹਾਂ ਜਗ ਮੀਤ, ਕੌਣ ਉਹਦਾ ਅਸਲੀ ਮਿੱਤਰ ਆ, ਕੌਣ ਜਿਹੜਾ ਸੱਚਾ ਸਾਥੀ ਆ ਸਾਡਾ। ਜਿਸ ਹੋਏ ਕਿਰਪਾਲ, ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ ਮਾਲਕ ਦੀ, ਗੁਰੂ ਦੀ, ਸੋਈ ਬਿਦ ਬੂਝੈ, ਉਹੀ ਇਹ ਗੱਲ ਸਮਝ ਪਾਉਂਦਾ ਅਸਲ ਵਿੱਚ, ਤਾਕੀ ਨਿਰਮਲ ਰੀਤ। ਤਾਂ ਉਹਦੀ ਜਿਹੜੀ ਰੀਤ ਆ ਉਸ ਗੁਰਸਿੱਖ ਦੀ, ਉਹ ਨਿਰਮਲ ਹੋ ਜਾਂਦੀ ਆ। ਜਿਵੇਂ ਕਿ ਪਾਣੀ ਨਿਰਮਲ ਆ, ਪਾਣੀ ਮੈਲ ਧੋਂਦਾ, ਮੈਲ ਕੱਟਦਾ, ਬਿਲਕੁਲ ਇਸੇ ਤਰ੍ਹਾਂ ਉਹ ਗੁਰਸਿੱਖ ਦੀ ਰੀਤ ਜਿਹੜੀ ਆ ਨਿਰਮਲ ਹੋ ਜਾਂਦੀ ਆ। ਫਿਰ ਸਵਾਲ ਪੈਦਾ ਹੁੰਦਾ, ਕਈ ਵਾਰ ਆਪਾਂ ਕਹਿੰਦੇ ਆ ਦੁਨੀਆ ਦੇ ਲੋਕ ਜਿਹੜੇ ਆ ਉਹਨਾਂ ਨੂੰ ਆਪਾਂ ਦੋਸਤ ਬਣਾ ਕੇ ਦੇਖਿਆ, ਉਹ ਦੋਸਤ ਨਹੀਂ ਹੈਗੇ। ਦੋਸਤ ਜਿਹੜੇ ਹੁੰਦੇ ਆ ਉਹ ਉਂਗਲੀਆਂ 'ਤੇ ਗਿਣੇ ਜਾ ਸਕਦੇ ਆ, ਇਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ ਜਿਹੜੇ ਸੱਚੇ ਦੋਸਤ ਹੁੰਦੇ ਆ। ਫਿਰ ਕਈ ਲੋਕ ਇਵੇਂ ਵੀ ਕਹਿ ਦਿੰਦੇ ਆ ਵੀ ਮਾਂ ਪਿਓ ਵਰਗਾ ਕੋਈ ਦੋਸਤ ਨਹੀਂ ਹੁੰਦਾ, ਜਦੋਂ ਕੋਈ ਨਹੀਂ ਖੜਦਾ ਉਹ ਖੜਦੇ ਆ। ਫਿਰ ਕਹਿੰਦੇ ਆ ਕਿ ਜੋ ਘਰ ਵਾਲੀ ਹੁੰਦੀ ਆ, ਪਤਨੀ ਹੁੰਦੀ ਆ, ਜਾਂ ਪਤੀ ਹੁੰਦਾ, ਹਸਬੈਂਡ ਵਾਈਫ ਹੁੰਦੇ ਆ, ਇਹ ਵੀ ਦੋਸਤ ਹੁੰਦੇ ਆ। ਫਿਰ ਇਸ ਤਰ੍ਹਾਂ ਕਿਹਾ ਜਾਂਦਾ। ਜਾਂ ਚੰਗੇ ਉਸਤਾਦ ਜਿਹੜੇ ਹੁੰਦੇ ਆ ਉਹ ਸਾਡੇ ਮਿੱਤਰ ਹੁੰਦੇ ਆ। ਤਾਂ ਸਾਰੀਆਂ ਚੀਜ਼ਾਂ, ਜਾਂ ਕਈ ਵਾਰ ਕਹਿੰਦੇ ਉਹ ਭਰਾ ਨਹੀਂ ਹੁਣ ਮਿੱਤਰ ਬਣ ਗਿਆ ਮੇਰਾ, ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਤਾਂ ਗੁਰੂ
ਅਰਜਨ ਦੇਵ ਜੀ ਮਹਾਰਾਜ ਇੱਥੇ ਜੋ ਕਹਿ ਰਹੇ ਆ ਉਦੋਂ ਵੀ ਉੱਚੀ ਗੱਲ ਆ, ਕਿਉਂਕਿ ਇਹ ਉੱਚੇ ਆ ਗੁਰੂ ਮਹਾਰਾਜ, ਇਹਨਾਂ ਦੀਆਂ ਉੱਚੀਆਂ ਗੱਲਾਂ ਨੇ, ਕਈ ਵਾਰ ਸਾਨੂੰ ਸਮਝ ਨਹੀਂ ਪੈਂਦੀਆਂ। ਉਹਨਾਂ ਪਹਿਲਾਂ ਹੀ ਕਿਹਾ ਕਿ ਜੇ ਤੁਹਾਡੇ 'ਤੇ ਕਿਰਪਾ ਹੋਊਗੀ ਤਾਂ ਤੁਹਾਨੂੰ ਇਹ ਗੱਲ 'ਤੇ ਯਕੀਨ ਆਊਗਾ। ਤਾਂ ਇੱਥੇ ਕਹਿ ਰਹੇ ਆ ਰਹਾਉ ਤੋਂ ਬਾਅਦ ਮਾਤ ਪਿਤਾ, ਮਾਂ ਪਿਓ ਜਿਹੜੇ ਹੁੰਦੇ ਆ, ਬਨਤਾ ਕਹਿੰਦੇ ਨੇ ਕਿ ਜਿਹੜੀ ਵਾਈਫ ਆ, ਘਰ ਵਾਲੀ ਆ, ਬਨਤਾ। ਸੁੱਤ ਕਹਿੰਦੇ ਆ ਪੁੱਤਰ ਨੂੰ, ਬੰਧਪ ਕਹਿੰਦੇ ਰਿਸ਼ਤੇਦਾਰ ਨੂੰ, ਇਸ਼ਟ ਮੀਤ ਅਰ ਭਾਈ, ਭਰਾ। ਤੇ ਹੋਰ ਜਿਹਨੂੰ ਵੀ ਆਪਾਂ ਕੁਝ ਮੰਨਦੇ ਹਾਂ, ਮਾਂ ਪਿਓ ਹੋ ਗਏ, ਘਰ ਵਾਲੀ ਹੋ ਗਈ, ਪੁੱਤਰ ਹੋ ਗਿਆ, ਰਿਸ਼ਤੇਦਾਰ ਹੋ ਗਏ, ਭਰਾ ਹੋ ਗਿਆ, ਇਹ ਸਾਰੇ ਕੇਵਲ ਤੇ ਕੇਵਲ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸਿਰਫ ਕੁਝ ਆਪਣੇ ਪੂਰਵ ਕਰਮ ਜੋ ਆਪਾਂ ਪਿੱਛੇ ਕਰਕੇ ਆਏ ਸੀ ਉਹਨਾਂ ਦੇ ਕਰਕੇ ਸਾਨੂੰ ਮਿਲ ਗਏ ਆ। ਉਹਨਾਂ ਦੇ ਕਰਕੇ ਕੋਈ ਸਾਡੇ ਪਿਤਾ ਜੀ ਬਣੇ ਆ, ਕੋਈ ਮਾਤਾ ਜੀ ਬਣੇ ਆ, ਅਸੀਂ ਉਹਨਾਂ ਦੇ ਪੁੱਤਰ ਜਾਂ ਧੀ ਬਣ ਗਏ ਹਾਂ, ਅਸੀਂ ਉਹਨਾਂ ਦੀ ਧੀ ਬਣ ਕੇ ਆਈਆਂ ਹਾਂ। ਇਸ ਤਰ੍ਹਾਂ ਇਹ ਸੰਜੋਗ ਪੂਰਵ ਜਨਮ ਕੇ ਮਿਲੇ ਸੰਜੋਗੀ। ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਹਾਂ, ਆਪਣੀ ਮੱਤ ਨਾਲ ਤਾਂ ਆਪਾਂ ਬਹੁਤ ਕੁਝ ਆਖ ਦਾਂਗੇ, ਪਰ ਜੋ ਬਾਣੀ ਕਹਿ ਰਹੀ ਆ ਉਹਦੇ ਮੁਤਾਬਕ ਆ ਇਹ ਕਿ ਅਸੀਂ ਅਸਲ ਵਿੱਚ ਕਿਸੇ ਨੇ ਕਿਸੇ ਦਾ ਕੁਝ ਲੈਣਾ ਹੈ, ਕਿਸੇ ਨੇ ਕਿਸੇ ਦਾ ਕੁਝ ਦੇਣਾ ਹੈ। ਉਸ ਸੰਜੋਗ ਨੂੰ ਪੂਰਾ ਕਰਨ ਲਈ ਦੁਬਾਰਾ ਮਿਲੇ ਹਾਂ ਇੱਥੇ, ਅੰਤੇ ਕੋ ਨਾ ਸਹਾਈ। ਅਸਲ ਵਿੱਚ ਮਾਂ ਪਿਓ ਸਾਡਾ ਕੁਝ ਦੇਣ ਆਏ ਆ, ਤਾਂ ਹੀ ਤਾਂ ਉਹਨਾਂ ਨੇ ਸਾਨੂੰ ਸੰਭਾਲਿਆ, ਸਾਡਾ ਕੁਝ ਦੇਣਾ ਸੀ। ਤੇ ਕਿਸੇ ਤੋਂ ਅਸੀਂ ਕੁਝ ਲੈਣਾ ਸੀ, ਕਿਸੇ ਨੇ ਸਾਡਾ ਕੁਝ ਦੇਣਾ ਸੀ। ਇਹ ਸੰਜੋਗਾਂ ਕਰਕੇ ਅਸੀਂ ਮਿਲੇ ਹਾਂ, ਪਰ ਇਹ ਜਿਹੜੇ ਹਨ ਰਿਸ਼ਤੇ, ਅੰਤੇ ਕੋ ਨਾ ਸਹਾਈ। ਤਾਂ ਇਹ ਗੱਲ ਨੂੰ ਸਹਿਣ ਕਰਨਾ ਬਹੁਤ ਔਖਾ ਕਿ ਇਹ ਉੱਥੇ ਜਾ ਕੇ ਨਹੀਂ ਨਿਭ ਸਕਦੇ ਜਿਹਨੂੰ ਆਪਾਂ ਕਹਿੰਦੇ ਆ ਕਿ ਹੁਣ ਮੈਂ ਪਰਮਾਤਮਾ ਦੇ ਵਿੱਚ ਇੱਕਮਿਕ ਹੋਣਾ ਚਾਹੁੰਦਾ ਜਾਂ ਮੇਰਾ ਜਨਮ ਮਰਨ ਕੱਟਿਆ ਜਾਵੇ। ਇਹ ਮਾਂ ਪਿਓ ਨਹੀਂ ਕਰ ਸਕਦੇ। ਮਾਂ ਪਿਓ ਲਾਡ ਲਡਾ ਸਕਦੇ ਆ, ਬਹੁਤ ਬੱਚੇ ਦੀ ਸੰਭਾਲ ਕਰ ਸਕਦੇ ਆ, ਬਹੁਤ ਜ਼ਿਆਦਾ ਉਹਦੇ ਚਾਅ ਪੂਰੇ ਕਰ ਸਕਦੇ ਆ, ਉਹਨੂੰ ਨਵੀਆਂ ਖੇਡਾਂ ਲੈ ਕੇ ਦੇ ਸਕਦੇ ਆ। ਜੋ ਘਰ ਵਾਲੀ ਆ ਉਹ ਚੰਗਾ ਖਾਣਾ ਬਣਾ ਕੇ ਦੇ ਸਕਦੀ ਆ, ਜਾਂ ਹੋਰ ਤਰੀਕਿਆਂ ਨਾਲ ਬੰਦੇ ਨੂੰ ਖੁਸ਼ ਰੱਖ ਸਕਦੀ ਆ, ਮਿੱਠਾ ਬੋਲ ਕੇ, ਸਹਿਜ। ਪਰ ਅੰਤੇ ਕੋ ਨਾ ਸਹਾਈ, ਘਰ ਵਾਲਾ ਉਹਨੂੰ ਪੈਸੇ ਲਿਆ ਕੇ ਦੇ ਸਕਦਾ, ਉਹਦੀ ਤਲੀ 'ਤੇ ਰੱਖ ਸਕਦਾ, ਸਭ ਕੁਝ ਉਹਨੂੰ ਨਵਾਂ ਮਕਾਨ ਦੇ ਸਕਦਾ, ਨਵੇਂ ਕੱਪੜੇ ਲਿਆ ਕੇ ਦੇ ਸਕਦਾ, ਪਰ ਇਹ ਅੰਤੇ ਕੋ ਨਾ ਸਹਾਈ। ਰਿਸ਼ਤੇਦਾਰ ਲੋੜ ਪੈਣ 'ਤੇ ਪੈਸੇ ਦੇ ਸਕਦੇ ਆ ਸਾਨੂੰ, ਜਾਂ ਕੋਈ ਹੈਲਪ ਕਰ ਸਕਦੇ ਆ, ਪਰ ਜਿੱਥੇ ਹੁਣ ਉਹ ਗੱਲ ਆਉਂਦੀ ਆ ਮੈਂ ਜਨਮ ਮਰਨ ਤੋਂ ਮੁਕਤ ਹੋ ਜਾ, ਉੱਥੇ ਗੱਲਾਂ ਕੰਮ ਨਹੀਂ ਆਉਂਦੀਆਂ। ਉੱਥੇ ਰਿਸ਼ਤੇ ਨਾਤਿਆਂ ਦੀ ਪਹੁੰਚ ਹੀ ਹੈ ਨਹੀਂ ਉਹ ਜਗ੍ਹਾ 'ਤੇ। ਹੁਣ ਗੁਰੂ ਅਰਜਨ ਦੇਵ ਜੀ ਵਾਰ-ਵਾਰ ਕਹਿ ਰਹੇ ਆ ਕਿ ਪੂਰਵ ਜਨਮ ਕੇ ਮਿਲੇ ਸੰਜੋਗੀ। ਤਾਂ ਇਹ ਸਾਨੂੰ ਸਿਰਫ ਤੇ ਸਿਰਫ ਸਾਡੇ ਪੂਰਵਲੇ ਸੰਸਕਾਰਾਂ ਕਰਕੇ ਜੋ ਅਸੀਂ ਪਹਿਲਾਂ ਕਰ ਆਏ ਹਾਂ, ਇਹ ਵੀ ਜਨਮ ਤੋਂ ਪਹਿਲਾਂ ਜਿਹੜਾ ਜਿੱਥੇ ਸੀ ਅਸੀਂ, ਉਹ ਵੀ ਸਾਡੇ ਨਾਲ ਸੀ ਉਦੋਂ, ਉਹਦੇ ਕਰਕੇ ਹੀ ਇੱਥੇ ਸਾਨੂੰ ਆ ਕੇ ਮਿਲੇ ਆ। ਪਰ ਅੰਤੇ ਕੋ ਨਾ ਸਹਾਈ। ਤਾਂ ਇਹ ਵੀ ਉੱਥੇ ਮਦਦ ਨਹੀਂ ਕਰ ਸਕਦੇ। ਜੇ ਤੁਸੀਂ ਜਨਮ ਮਰਨ ਆਪਣਾ ਕਟਾਉਣਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਗੁਰੂ ਦੀ ਲੋੜ ਪਵੇਗੀ, ਉਹਦੇ ਲਈ ਤੁਹਾਨੂੰ ਵਾਹਿਗੁਰੂ ਦੇ ਨਾਮ ਦੀ ਲੋੜ ਪਵੇਗੀ, ਉਹਦੇ ਲਈ ਤੁਹਾਨੂੰ ਗੁਰਸਿੱਖਾਂ ਦੀ ਲੋੜ ਪਵੇਗੀ, ਜਿਹੜੇ ਸ਼ਬਦ ਦੇ ਆਸ਼ਿਕ ਆ। ਅੱਗੇ ਹੋਰ ਪੰਕਤੀਆਂ ਬਹੁਤ ਸੋਹਣੀਆਂ ਨੇ, ਇੱਕ ਇੱਕ ਪੰਕਤੀ ਜੇ ਆਪਾਂ ਹੌਲੀ ਹੌਲੀ ਪੜ੍ਹੀਏ ਆਪੇ ਹੀ ਅਰਥ ਸਮਝ ਆਉਂਦੇ ਆ। ਮੁਕਤ ਮਾਲ, ਮੁਕਤ ਮਾਲ, ਮੁਕਤ ਹੋ ਗਏ ਮੋਤੀ, ਮਾਲ ਤੋਂ ਭਾਵ ਮਾਲਾ, ਮੋਤੀਆਂ ਦੀ ਮਾਲਾ। ਕਨਕ, ਕਨਕ ਕਹਿੰਦੇ ਆ ਸੋਨੇ ਨੂੰ ਸੋਨਾ, ਮੋਤੀਆਂ ਦੀ ਮਾਲਾ ਸੋਨਾ। ਲਾਲ ਹੀਰਾ, ਮਹਿੰਗਾ ਬੇਸ਼ਕੀਮਤੀ ਲਾਲ, ਇੱਕ ਤਰ੍ਹਾਂ ਦਾ ਪੱਥਰ ਬਹੁਤ ਕੀਮਤੀ। ਹੀਰਾ ਜੋ ਚਮਕਣ ਵਾਲਾ ਚਮਕੀਲਾ ਪੱਥਰ, ਇਹ ਵੀ ਹੋਵੇ ਮਨ ਰੰਜਨ ਕੀ ਮਾਇਆ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ। ਰੰਜਨ ਦਾ ਅਰਥ ਆ ਮਨ ਨੂੰ ਖੁਸ਼ ਰੱਖਣ ਵਾਲੀ, ਰੁਝਾਉਣ ਵਾਲੀ, ਲੁਭਾਉਣ ਵਾਲੀ ਮਾਇਆ। ਮੋਤੀਆਂ ਦੀ ਮਾਲਾ ਵੀ ਕੋਲ ਹੋਵੇ, ਕਨਕ ਸੋਨਾ ਵੀ ਹੋਵੇ, ਲਾਲ ਲਾਲ ਵੀ ਹੋਵੇ, ਹੀਰਾ ਹੀਰਾ ਵੀ ਹੋਵੇ,
ਮਾਇਆ ਵੀ ਹੋਵੇ, ਜਿਹੜੀ ਬੰਦੇ ਦੇ ਮਨ ਨੂੰ ਬਹੁਤ ਖੁਸ਼ ਕਰਦੀ ਹੈ। ਤੇ ਹਾਂ ਹਾਂ ਕਰਤ ਬਿਹਾਨੀ ਅਵਦੇ, ਬਿਹਾਨੀ ਅਵਦੇ, ਇਹ ਕਹਿੰਦੇ ਆ ਬਿਹਾਨੀ ਦੇ ਭਾਵ ਆ ਬੀਤ ਜਾਂਦੀ ਆ, ਅਵਦੇ ਦਾ ਭਾਵ ਆ ਉਮਰ। ਹਾਂ ਹਾਂ ਕਰਤ, ਹਾਏ ਹਾਏ ਕਰਦਿਆਂ ਫਿਰ ਵੀ ਉਮਰ ਬੀਤਦੀ ਆ, ਤਾਂ ਮੈਂ ਸੰਤੋਖ ਨਾ ਪਾਇਆ, ਸੰਤੋਖ ਫਿਰ ਨਹੀਂ ਆਉਂਦਾ। ਬੰਦੇ ਕੋਲ ਮੋਤੀਆਂ ਦੀ ਮਾਲਾ ਵੀ ਪਈ ਆ, ਸੋਨਾ ਵੀ ਪਿਆ, ਲਾਲ ਵੀ ਹੈਗਾ, ਹੀਰਾ ਵੀ ਹੈਗਾ, ਇੰਨਾ ਕੁਝ ਤਾਂ ਆਪਣੇ ਕੋਲ ਹੈ ਨਹੀਂ। ਵੈਸੇ ਮਹਾਰਾਜ ਨੇ ਸਾਰੀਆਂ ਚੀਜ਼ਾਂ ਗਿਣਤੀਆਂ ਤੇ ਮਾਇਆ ਵੀ ਬਹੁਤ ਆ, ਪਰ ਹਾਏ ਹਾਏ ਕਰਦੇ ਆ ਫਿਰ ਵੀ ਜ਼ਿੰਦਗੀ ਬਤੀਤ ਕਿਉਂ ਹੋ ਰਹੀ ਆ, ਤਾਂ ਮੈਂ ਸੰਤੋਖ ਨਾ ਪਾਇਆ। ਕਿਉਂ ਨਹੀਂ ਸੰਤੋਖ ਪਾਇਆ, ਕਿਉਂ ਨਹੀਂ ਇਹ ਸਭ ਕੁਝ ਹੋਇਆ? ਕਿਉਂਕਿ ਮੈਂ ਅਸਲ ਗੱਲ ਨਹੀਂ ਸਮਝ ਪਾਇਆ ਕਿ ਅਸਲੀ ਸਾਥੀ ਵਾਹਿਗੁਰੂ ਦੀ ਬੰਦਗੀ ਆ ਜਾਂ ਉਹਦਾ ਪਿਆਰ ਆ। ਇਹ ਚੀਜ਼ ਮੈਂ ਸਮਝ ਨਹੀਂ ਪਾਇਆ। ਇਹ ਸਾਰੀਆਂ ਗੱਲਾਂ ਜੋ ਰਹਾਉ ਤੋਂ ਬਾਅਦ ਹੁੰਦੀਆਂ ਨੇ ਪੰਕਤੀਆਂ, ਤੇ ਉਹ ਸਾਰੀਆਂ ਪੰਕਤੀਆਂ ਵਿਸ਼ਲੇਸ਼ਣ ਹੁੰਦੀਆਂ ਨੇ ਰਹਾਉ ਵਾਲੀ ਪੰਕਤੀ ਦੀਆਂ। ਬਾਕੀ ਸ਼ਬਦ ਜੋ ਕਹਿਣਾ ਹੁੰਦਾ ਮਹਾਰਾਜ ਉਹ ਰਹਾਉ ਵਾਲੀ ਪੰਕਤੀ ਵਿੱਚ ਹੀ ਕਹਿ ਦਿੰਦੇ ਨੇ, ਅੱਗੇ ਉਹਦੀ ਵਿਆਖਿਆ ਹੁੰਦੀ ਹੈ। ਅੱਗੇ ਕਹਿੰਦੇ ਨੇ ਕਿ ਹਸਤ ਰਥ ਅਸਭ ਪਵਨ ਤੇਜ ਧਣੀ ਭੂਮਣ ਚਤੁਰਾਂਗਾ। ਹਸਤ ਦਾ ਭਾਵ ਆ ਹਾਥੀ, ਬੰਦੇ ਕੋਲ ਬਹੁਤ ਸੋਹਣਾ ਹਾਥੀ ਹੋਵੇ। ਰਥ ਘੋੜਿਆਂ ਦੇ ਨਾਲ ਜਿਹੜੇ ਜੋੜੇ ਜਾਂਦੇ ਆ ਸਵਾਰੀ ਕਰਨ ਲਈ, ਮਹਿੰਗੇ ਰਥ ਹੋਣ। ਅਸਭ ਪਵਨ ਤੇਜ, ਹਵਾ ਦੇ ਵਾਂਗ ਭੱਜਣ ਵਾਲੇ। ਅਸਭ ਤੋਂ ਭਾਵ ਘੋੜੇ, ਇਹ ਵੀ ਹੋਣਗੇ ਬੰਦੇ ਕੋਲੇ। ਧਣੀ ਭੂਮਣ ਚਤੁਰਾਂਗਾ, 4 ਤਰ੍ਹਾਂ ਦੀ ਫੌਜ ਵੀ ਹੋਵੇ ਬੰਦੇ ਕੋਲੇ। ਕਿਹੜੀ ਕਿਹੜੀ? ਪੈਦਲ ਸੈਨਿਕ ਹੋਣ, ਰਥਾਂ ਵਾਲੇ ਸੈਨਿਕ ਹੋਣ, ਥਲ ਸੈਨਾ ਹੋਵੇ ਤੇ ਜਲ ਸੈਨਾ ਹੋਵੇ, ਹਾਥੀਆਂ ਵਾਲੀ ਸੈਨਾ ਹੋਵੇ, 4 ਤਰ੍ਹਾਂ ਦੀ ਫੌਜ ਵੀ ਹੋਵੇ। ਪਰ ਫਿਰ ਵੀ ਟਿਕਾ ਕੋਈ ਨਹੀਂ ਮਨ ਨੂੰ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਇਹਨਾਂ 'ਚੋਂ ਕੋਈ ਵੀ ਚੀਜ਼ ਨਹੀਂ ਨਾਲ ਨਿਭ ਸਕਦੀ। ਊਠ ਸਧਾਇਓ ਨਾਂਗਾ, ਹੇ ਇਨਸਾਨ ਤੂੰ ਨਾਂਗੇ ਆਵਣ ਨਾਂਗੇ ਜਾਣਾ। ਤੂੰ ਤਾਂ ਬਿਲਕੁਲ ਨਗਨ ਹੀ, ਨਾਂਗਾ ਹੀ ਆਇਆ ਸੀ ਤੇ ਨੰਗਾ ਹੀ ਜਾਵੇਂਗਾ। ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਭਗਤ ਕਬੀਰ ਜੀ ਕਹਿੰਦੇ ਆ ਕਿ ਉਹ ਬੰਦੇ ਨੰਗੇ ਪੈਰੀਂ ਗਏ ਜਿਨ੍ਹਾਂ ਕੇ ਲੱਖ ਕਰੋੜ, ਜਿਨ੍ਹਾਂ ਕੋਲ ਲੱਖ ਰੁਪਈਏ ਸੀਗੇ ਜਾਂ ਕਰੋੜ ਰੁਪਈਏ ਸੀ, ਉਹਨਾਂ ਨੂੰ ਨੰਗੇ ਪੈਰੀਂ ਜਾਣਾ ਪਿਆ ਸੀਗਾ। ਤਾਂ ਇੱਦਾਂ ਬਾਣੀ ਜਿਹੜੀ ਸਾਨੂੰ ਸਮਝਾਉਂਦੀ ਹੈ, ਸਾਡੇ ਮਨ 'ਤੇ ਕੰਮ ਕਰਦੀ ਹੈ। ਸਰੀਰ ਦੇ ਵਿੱਚ ਮਨ ਰਹਿੰਦਾ ਹੈ ਤਾਂ ਸਰੀਰ ਨੂੰ ਆਉਣਾ ਪੈਂਦਾ। ਬਾਣੀ ਮਨ ਵਾਸਤੇ ਹੀ ਬਣੀ ਹੋਈ ਹੈ। ਜਿਹਦਾ ਮਨ ਠੀਕ ਹੈ ਉਹਦਾ ਤਨ ਠੀਕ ਹੈ, ਜਿਹਦਾ ਮਨ ਨਹੀਂ ਠੀਕ ਉਹਦਾ ਤਨ ਠੀਕ ਹੋ ਹੀ ਨਹੀਂ ਸਕਦਾ। ਜਿਹਦਾ ਮਨ ਬੇਚੈਨ ਆ ਉਹਦੇ ਚਿਹਰੇ 'ਤੇ ਖੇੜਾ ਹੋ ਹੀ ਨਹੀਂ ਸਕਦਾ। ਜਿਹਨੂੰ ਆਪਣੇ ਮਾਲਕ 'ਤੇ ਭਰੋਸਾ ਨਹੀਂ, ਗੁਰੂ 'ਤੇ, ਕਿ ਸਭ ਕੁਝ ਉਹ ਕਰ ਰਿਹਾ, ਸਭ ਕੁਝ ਕਰਨਹਾਰਾ ਉਹੀ ਆ, ਜਿਹਨੂੰ ਇਹ ਗੱਲ 'ਤੇ ਯਕੀਨ ਨਹੀਂ ਆ ਰਿਹਾ, ਉਹ ਬੰਦਾ ਸਟਰੈਸ ਦੇ ਵਿੱਚ ਰਹੂਗਾ ਹੀ ਰਹੂਗਾ। ਉਹ ਤਣਾਅ ਤੋਂ ਉਹਨੂੰ ਕੋਈ ਨਹੀਂ ਬਚਾ ਸਕਦਾ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋਊਗਾ ਹੀ ਹੋਊਗਾ। ਇਹਨੂੰ ਹਜੇ ਭਰੋਸਾ ਨਹੀਂ ਬਣਿਆ ਕਿ ਗੁਰੂ ਕਰਦਾ ਸਭ ਕੁਝ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਏ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਆ, ਜੇ ਤੁਸੀਂ ਹੁਣ ਜਾਣਨਾ ਚਾਹੁੰਦੇ ਹੋ ਕਿ ਅਸਲੀ ਮਿੱਤਰ ਕੌਣ ਆ, ਤੇ ਰੱਬ ਦੇ ਪਿਆਰਿਆਂ ਦੇ ਕੋਲ ਬਹਿ ਜਾਓ ਜਾ ਕੇ, ਤੇ ਬਸ ਉਹਨਾਂ ਦੇ ਕੋਲ ਬਹਿ ਕੇ ਦੇਖੋ ਕੀ ਕਰਦੇ ਆ। ਜਿਵੇਂ ਹੁਣ ਆਪਾਂ ਇਹਨਾਂ ਦੇ ਨਾਮ ਲਈਏ, ਜਿਵੇਂ ਭਾਈ ਵੀਰ ਸਿੰਘ ਜੀ ਆ, ਉਹਨਾਂ ਦੇ ਜੀਵਨ ਵਿੱਚ ਤੁਹਾਨੂੰ, ਜਾਂ ਮਸਕੀਨ ਸਾਹਿਬ ਜੀ ਆ, ਹੋਰ ਕਈ ਚੜ੍ਹਦੀ ਕਲਾ ਵਾਲੇ ਗੁਰਸਿੱਖ ਹੋਏ ਆ, ਇਹਨਾਂ ਦੇ ਜੀਵਨ ਵਿੱਚ ਤੁਹਾਨੂੰ ਦੂਜੀ ਗੱਲ ਨਹੀਂ ਮਿਲਣੀ। ਜਦੋਂ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ, ਇਹਨਾਂ ਨੇ ਘੁੰਮ ਫਿਰ ਕੇ ਭਾਵੇਂ ਦੁਨਿਆਵੀ ਉਦਾਹਰਨ ਦੇਣਗੇ, ਭਾਵੇਂ ਲੋਕਾਂ ਦੀਆਂ ਗੱਲਾਂ ਕਰਨਗੇ, ਭਾਵੇਂ ਆਮ ਕੋਈ ਨੋਰਮਲ ਗੱਲ ਕਰਨਗੇ, ਉਹ ਗੱਲ ਪਿੱਛੇ ਰੱਬ ਹੋਊਗਾ। ਹਰ ਗੱਲ ਵਿੱਚ ਇਹਨਾਂ ਦੇ ਰੱਬ ਲੁਕਿਆ ਹੁੰਦਾ। ਬੰਦਾ ਜਿਹੜਾ ਹੈ, ਬੰਦਾ ਰੱਬ ਦੀ ਗੱਲ ਕਰੇ, ਉਹ ਰੱਬ ਦੀ ਗੱਲ ਪਿੱਛੇ ਸਾਡੀ ਰੱਬ ਨਹੀਂ ਹੁੰਦਾ। ਜਿਵੇਂ ਭਾਈ ਗੁਰਦਾਸ ਜੀ ਹਨ, ਉਹਨਾਂ ਦੇ
ਇੱਕ ਪਾਵਨ ਸ਼ਬਦ ਹਨ, ਉਹਨਾਂ ਦੀ ਇੱਕ ਵਾਰ ਆ, ਉਹਦੇ ਵਿੱਚ ਉਹ ਲੈਲਾ ਤੇ ਮਜਨੂ ਦੀ ਉਦਾਹਰਨ ਦਿੰਦੇ। ਆਮ ਬੰਦਾ ਲੈਲਾ ਮਜਨੂ ਬਾਰੇ ਸੁਣੂਗਾ ਤੇ ਉਹਨੂੰ ਲੱਗੂ ਇਹ ਭਾਈ ਗੁਰਦਾਸ ਜੀ ਕੀ ਕਹਿ ਰਹੇ ਆ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲੁਭਾਣਾ, ਭਾਈ ਗੁਰਦਾਸ ਜੀ ਦੀ ਵਾਰ ਆਏ। ਇਸ ਕਰਕੇ ਕੁੱਤੇ ਦੇ ਪੈਰੀਂ ਪਵੇ, ਲੋਕ ਉਹਨੂੰ ਵੇਖ ਕੇ ਹੱਸਦੇ ਆ ਕਿ ਇਹ ਜਿਹੜਾ ਮਜਨੂ ਆ, ਇਹ ਜਿਹੜਾ ਲੈਲਾ ਦੇ ਘਰ ਵਿੱਚ ਕੂਕਰ ਸੀ, ਉਹ ਇਹਦੇ ਵਿਹੜੇ 'ਚ ਆ ਗਿਆ, ਇਹਨੂੰ ਮੱਥਾ ਕਿਉਂ ਟੇਕ ਰਿਹਾ? ਕਿਉਂ ਟੇਕ ਰਿਹਾ? ਉਹ ਕਹਿੰਦਾ ਮੈਂ ਲੈਲਾ ਦੇ ਘਰੇ ਨਹੀਂ ਜਾ ਸਕਿਆ, ਮੇਰੇ ਨਾਲੋਂ ਇਹ ਕੁੱਤਾ ਹੀ ਕਰਮਾਂ ਵਾਲਾ ਜਿਹੜਾ ਉਹਦੇ ਘਰ ਵਿੱਚ ਹੋ ਆਇਆ। ਮੈਂ ਉਹਦੇ ਘਰੇ ਨਹੀਂ ਪਹੁੰਚ ਸਕਿਆ, ਮੈਂ ਉੱਥੇ ਤੱਕ ਨਹੀਂ ਜਾ ਸਕਿਆ, ਇਹ ਕੁੱਤਾ ਹੀ ਮੇਰੇ ਨਾਲੋਂ ਕੂਕਰ ਹੀ ਚੰਗਾ, ਇਹ ਤਾਂ ਕਮ ਸੇ ਕਮ ਗਿਆ ਨਾ ਉੱਥੇ। ਤੇ ਕਰਦੇ ਉਹ ਲੈਲਾ ਮਜਨੂ ਦੀ ਗੱਲ ਆ ਭਾਈ ਗੁਰਦਾਸ ਜੀ, ਪਰ ਉਹ ਗੱਲ ਪਿੱਛੇ ਰੱਬ ਆ ਉਹਨਾਂ ਦੇ, ਉਹ ਪਿੱਛੇ ਵੀ ਰੱਬ ਜੋੜੀ ਜਾਂਦੇ ਆ। ਕਿ ਕਈ ਵਾਰ ਗੁਰਸਿੱਖ ਐਸੇ ਹੁੰਦੇ ਨੇ ਕਿ ਉਹ ਤਾਂ ਪਹੁੰਚ ਜਾਂਦੇ ਆ, ਆਮ ਬੰਦਾ ਸਧਾਰਨ ਬੰਦਾ, ਕਈ ਜਾਨਵਰ ਰੱਬ ਤੱਕ ਪਹੁੰਚ ਜਾਂਦੇ ਆ, ਗੁਰੂ ਤੱਕ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲਾ ਘੋੜਾ ਹੈ, ਹੋਰ ਕਈ ਤਰ੍ਹਾਂ ਦੇ ਜਾਨਵਰ ਨੇ, ਇਹ ਸਾਰੇ ਪਹੁੰਚ ਜਾਂਦੇ, ਬੰਦਾ ਰਹਿ ਜਾਂਦਾ। ਉਹ ਚੀਜ਼ਾਂ ਨੂੰ ਉਹਨਾਂ ਨੇ ਜੋੜਿਆ ਉੱਧਰ ਵੀ। ਅਸੀਂ ਰੱਬ ਵਾਲੀ ਗੱਲ ਕਰਦੇ ਹਾਂ, ਰੱਬ ਨਾਲ ਨਹੀਂ ਜੁੜ ਪਾਉਂਦੇ। ਜਿਹੜੇ ਰੱਬ ਦੇ ਪਿਆਰੇ ਆ, ਉਹ ਕਿਸੇ ਦੀ ਵੀ ਗੱਲ ਕਰਨ, ਉਹ ਰੱਬ ਨਾਲ ਜੁੜ ਜਾਂਦੇ ਆ। ਤਾਂ ਇੰਨੀ ਉਹਨਾਂ ਤੇ ਕਿਰਪਾ ਹੁੰਦੀ ਆ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ, ਉਹਨਾਂ ਦੇ ਸੰਗ ਹੋਇਓ ਤਾਂ ਕਿ ਹਰ ਹਰ ਗਾਈਏ। ਰੱਬ ਦੇ ਨਾਮ ਨੂੰ ਧਿਆਵੋ, ਉਹਨਾਂ ਨੂੰ ਦੇਖੋ ਕਿ ਉਹਨਾਂ ਦੀ ਜ਼ਿੰਦਗੀ ਕੀ ਆ। ਇਹਦੇ ਬਹੁਤ ਲੋਕ ਆ ਜਿਹੜੇ ਕਿ ਕੀ ਕਰਦੇ ਆ, ਕੈਂਪਾਂ ਦੇ ਵਿੱਚ ਫੀਸ ਭਰਦੇ ਆ, ਮੈਡੀਟੇਸ਼ਨ ਕਰਦੇ ਆ, ਉਹਦੇ ਵਿੱਚ ਉਹਨਾਂ ਨੂੰ ਅੱਖਾਂ ਮੀਟ ਕੇ ਬਿਠਾਇਆ ਜਾਂਦਾ। ਰੱਬ ਨੂੰ ਪਾਉਣ ਲਈ ਕੋਈ ਕੋਰਸ ਨਹੀਂ ਹੁੰਦਾ, ਰੱਬ ਨੂੰ ਪ੍ਰਾਪਤ ਕਰਨ ਦਾ ਕੋਈ ਕੋਰਸ ਨਹੀਂ ਹੁੰਦਾ। ਉਹ ਕੈਂਪਾਂ ਵਿੱਚ ਫੀਸ ਭਰਾ ਲੈਂਦੇ ਆ, ਉਹ ਅੱਖਾਂ ਮੀਟ ਕੇ ਬਿਠਾ ਲੈਂਦੇ ਉਹਨਾਂ ਨੂੰ। ਇਹ ਚੀਜ਼ਾਂ ਜਿਹੜੀਆਂ ਹਨ, ਇਹਦੇ ਵਿੱਚ ਗੁਰੂ ਦੀ ਕਿਰਪਾ ਕੰਮ ਕਰਦੀ ਆ, ਤੇ ਤੁਹਾਡਾ ਚਾਅ ਕੰਮ ਕਰਦਾ ਵੀ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ। ਤੁਹਾਡਾ ਚੇਤੇ ਰੱਖਣਾ ਇਹਦੇ ਵਿੱਚ ਬਹੁਤ ਮਾਇਨੇ ਰੱਖਦਾ ਵੀ ਮੈਂ ਇਹ ਗੱਲ ਕਰਨੀ ਹੀ ਕਰਨੀ ਹੈ, ਮੈਂ ਕਰਨੀ ਚਾਹੁੰਦਾ ਗੁਰੂ ਨਾਲ ਪਿਆਰ। ਤਾਂ ਲੋਕ ਕੈਂਪਾਂ ਵਿੱਚ ਪੈਸੇ ਭਰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਕਿ ਅੱਖਾਂ ਮੀਟ ਕੇ ਬਹਿ ਜਾਓ। ਰੱਬ ਨੂੰ ਪਾਉਣ ਦਾ ਕੋਈ ਕੋਰਸ ਨਹੀਂ ਹੁੰਦਾ ਸੰਗਤ ਜੀ, ਇਹਨਾਂ ਗੁਰੂ ਦੀ ਕਿਰਪਾ ਹੁੰਦੀ ਆ। ਜਾਂ ਤੁਸੀਂ, ਤੁਹਾਡਾ ਚਾਅ ਹੁੰਦਾ ਇਹਦੇ ਵਿੱਚ ਵੀ ਕਿੰਨਾ ਕੁ ਤੁਹਾਨੂੰ ਚਾਅ ਹੈ। ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕਿ ਹਰ ਹਰ ਗਾਈਏ। ਨਾਨਕ ਈਹਾਂ ਸੁਖ ਆਗੇ ਮੁਖ ਉਜਲ, ਇੱਥੇ ਵੀ ਉਹ ਬੰਦਾ ਸੁਖੀ ਆ, ਅੱਗੇ ਵੀ ਉਹਦਾ ਮੁਖ ਉਜਲ ਆ। ਸੰਗ ਸੰਤਨ ਕਹਿ ਪਾਈ, ਜਿਹੜਾ ਸਾਧੂਆਂ ਦੇ ਸੰਗ ਹੋ ਕੇ ਸਜਣ ਲੱਗ ਗਿਆ। ਘਰ ਵਿੱਚ ਆਪਾਂ ਹੁੰਨੇ ਆ, ਕਥਾ ਵਿਚਾਰ ਅੱਜ ਦਾ ਜਿਹੜਾ ਜ਼ਮਾਨਾ ਹੈ, ਬਹੁਤ ਲੋਕ ਇਹਨੂੰ ਮਾੜਾ ਕਹਿੰਦੇ ਆ। ਜਿਹਦੇ ਵਿੱਚੋਂ ਤੁਸੀਂ ਚੰਗਾ ਲੱਭਣਾ ਤੇ ਚੰਗਾ ਵੀ ਤੁਹਾਨੂੰ ਲੱਭ ਜੂਗਾ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ। ਧੰਨ ਆ ਕਲਯੁਗ ਦਾ ਜ਼ਮਾਨਾ, ਬਾਬੇ ਨਾਨਕ ਦੇ ਬਚਨ। ਧੰਨ ਆ ਕਲਯੁਗ ਦਾ ਜ਼ਮਾਨਾ, ਜੇਕਰ ਤੁਸੀਂ ਗੁਰੂ ਦੇ ਦੱਸੇ ਅਨੁਸਾਰ ਚੱਲੋ। ਆਪਾਂ ਕਹਿੰਦੇ ਕਲਯੁਗ ਦਾ ਜ਼ਮਾਨਾ ਹੈ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਜੇ ਤੁਸੀਂ ਗੁਰੂ ਦੇ ਦੱਸੇ ਮੁਤਾਬਕ ਚੱਲਦੇ ਹੋ ਤਾਂ ਕਲਯੁਗ ਤੁਹਾਨੂੰ ਕੀ ਕਰ ਦੂਗਾ? ਕੁਝ ਨਹੀਂ ਤੁਹਾਡਾ ਵਿਗਾੜ ਸਕਦਾ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਜੋ ਕਹਿੰਦੇ ਆ, ਉਹਦੇ ਅਨੁਸਾਰ ਚੱਲਣ ਲਈ ਉਹਦੀ ਕਿਰਪਾ ਦਾ ਹੋਣਾ, ਉਹਦੇ ਅੱਗੇ ਢਹਿ ਪਏ ਦੁਆਰੇ ਆ, ਰੱਖ ਲੇਵੋ ਦੀਨ ਦਿਆਲ, ਅਰਦਾਸ ਦਾ, ਇਹੋ ਜਿਹੀ ਅਰਦਾਸ ਦਾ ਹੋਣਾ ਬਹੁਤ ਜ਼ਰੂਰੀ। ਰੋਜ਼ਾਨਾ ਜਿਹੜੀ ਆਪਾਂ ਸਾਖੀ ਸੁਣਦੇ ਹਾਂ, ਸਰਵਣ ਕਰੋ। ਹੁਣ ਆਪ ਜੀ ਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਜਦੋਂ ਚੱਲਦੇ ਹਾਂ, ਉਦੋਂ ਅੱਕ ਜਿਹੜਾ ਹੈ, ਅੱਕ ਨੂੰ ਲੱਗਾ ਹੋਇਆ ਫਲ ਜੋ ਲੱਗਦੇ ਉਹਨੂੰ ਅੰਬਾਂ ਵਰਗੇ, ਉਹ ਵੀ ਮਿੱਠੇ ਹੋ ਸਕਦੇ ਆ। ਤੇ ਜੇਕਰ ਗੁਰੂ ਤੋਂ ਬੇਮੁਖ ਹੋ ਜਾਈਏ, ਫਿਰ ਸਾਰੀਆਂ ਚੀਜ਼ਾਂ ਅੱਕ ਦੇ ਵਾਂਗ ਆ। ਬੇਰੀ ਹੇਠ ਬੈਠੇ ਗੁਰੂ, ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ, ਰੀਠਾ ਮਿੱਠਾ ਹੋ ਜਾਮਦਾ। ਅੱਕ ਤੇ ਖਖੜੀਆਂ ਨੂੰ ਵੇਖ ਕੇ ਨਿਹਾਲ ਕੀਤਾ। ਅੰਬ ਅਨਾਰ ਮਰਦਾਨਾ, ਤੋੜ ਤੋੜ ਖਾਮਦਾ। ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ।
ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ, ਜੱਟ ਤਾਰੇ ਭੱਟ ਤਾਰੇ, ਜੱਟ ਤਾਰੇ ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ, ਤੂੰ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਨੇ ਰਾਏ ਭੋਏ ਦੀ ਤਲਵੰਡੀ ਛੱਡ ਦਿੱਤੀ, ਜਿਹਦਾ ਪਹਿਲਾ ਨਾਮ ਤਾਂ ਇਹ ਸੀ, ਬਾਅਦ ਵਿੱਚ ਨਾਨਕ ਆਇਣਾ ਬਣਿਆ, ਸਮਾਂ ਪਾ ਕੇ ਨਨਕਾਣਾ, ਫਿਰ ਨਨਕਾਣਾ ਸਾਹਿਬ ਬਣਿਆ। ਨਨਕਾਣਾ ਸਾਹਿਬ ਛੱਡਿਆ ਜਦੋਂ ਬਾਬੇ ਨੇ, ਤੇ ਸਾਰਿਆਂ ਨੇ ਰੋਕਿਆ ਕਿ ਨਾ ਜਾਓ ਇੱਦਾਂ। ਉਹ ਕਹਿੰਦੇ ਨਹੀਂ, ਇਹ ਉਹਦਾ ਹੁਕਮ ਆ। ਰਾਏ ਬਲਾਰ ਜੀ ਨੂੰ ਵੀ ਦੱਸਤਾ ਕਿ ਤੁਸੀਂ ਇਹਦੇ ਵਿੱਚ ਨਾ ਆਓ, ਇਹ ਉਹਦੀ ਮਰਜ਼ੀ ਆ, ਇਹ ਹੋਣ ਦਿਓ, ਮਰਜ਼ੀ ਨੂੰ ਹੋਣ ਦਿਓ। ਤਾਂ ਚੱਲੇ ਬਾਬਾ ਗੁਰੂ ਨਾਨਕ ਜੀ। ਪਿੱਛੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਨੇ, ਭਾਈ ਬਾਲਾ ਜੀ ਕਹਿੰਦੇ ਮੈਂ ਵੀ ਪਿੱਛੇ ਹੀ ਤੁਰ ਪਿਆ, ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲਿਆ। ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਏਮਨਾਬਾਦ ਪਹੁੰਚੇ, ਦੂਜੀ ਵਾਰ ਆਏ। ਇੱਥੇ ਕੌਣ ਸੀਗੇ? ਪਹਿਲਾ ਨਾਮ ਇਹਦਾ ਸੈਦਪੁਰ ਸੀਗਾ, ਫਿਰ ਏਮਨਾਬਾਦ ਪੈ ਗਿਆ। ਪਿੰਡਾਂ ਦੇ ਨਾਂ ਬਦਲਦੇ ਰਹਿੰਦੇ। ਉੱਥੇ ਭਾਈ ਲਾਲੋ ਜੀ ਮਿਲੇ। ਭਾਈ ਲਾਲੋ ਜੀ ਕੋਲ 3 ਕੁ ਦਿਨ ਫਿਰ ਰਹੇ ਮਹਾਰਾਜ, ਫਿਰ ਅੱਗੇ ਵਧੇ। ਤੇ ਉਸ ਵਕਤ 3 ਦਿਨ ਹੋ ਗਏ ਸੀਗੇ ਬੀਤ ਦੇ। 3 ਦਿਨ ਲੰਘ ਗਏ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਨਾ ਖਾਧਾ, ਕੁਝ ਵੀ ਨਹੀਂ ਛਕਿਆ 3 ਦਿਨ। ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਗੁਰੂ ਨਾਨਕ ਸਾਹਿਬ ਜੀ ਨੇ ਇਹ ਜੋ ਕੀਤਾ ਸਭ, ਉਹਦੇ ਵਿੱਚ ਬਹੁਤ ਵੱਡਾ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਮੋਹ ਤੋਂ ਉੱਪਰ ਹੋ ਕੇ ਹੋਇਆ ਸਭ। ਤੇ ਉਹਨਾਂ ਨੇ ਬਹੁਤ ਪੈਰਾਂ ਵਿੱਚ ਕੰਡੇ ਵੀ ਚੁਭੇ ਆ, ਭੁੱਖੇ ਵੀ ਰਹਿਣਾ ਪਿਆ ਵਾ, 4 ਉਦਾਸੀਆਂ ਨਾਲ ਬਹੁਤ ਕੁਝ ਜੁੜਿਆ। 3 ਦਿਨ ਹੋ ਗਏ, ਗੁਰੂ ਨਾਨਕ ਸਾਹਿਬ ਜੀ ਨੇ ਕੁਝ ਨਹੀਂ ਛਕਿਆ, ਭਾਈ ਮਰਦਾਨਾ ਜੀ ਨੇ ਵੀ ਕੁਝ ਨਹੀਂ ਛਕਿਆ, ਨਾਲ ਹੀ ਸੀਗੇ ਉਹਨਾਂ ਦੇ। ਚੌਥੇ ਦਿਨ ਉਹਨਾਂ ਨੂੰ ਭੁੱਖ ਲੱਗਦੀ ਆ, ਤੇ ਗੁਰੂ ਨਾਨਕ ਸਾਹਿਬ ਜੀ ਹੱਸ ਕੇ ਪੁੱਛਦੇ, ਕਵੀ ਸੰਦੋਗ ਸਿੰਘ ਜੀ ਲਿਖਦੇ ਕਿ ਮਰਦਾਨਿਆ ਤੇਰਾ ਇਹ ਜਿਹੜਾ ਕਮਲ ਦੇ ਫੁੱਲ ਵਰਗਾ ਚਿਹਰਾ ਵਾ, ਇਹ ਕਿਉਂ ਮੁਰਝਾ ਗਿਆ? ਜੇ ਕੋਈ 3 ਦਿਨ ਰੱਬ ਦੀ ਬੰਦਗੀ ਕਰ ਰਿਹਾ, ਬਾਬੇ ਨਾਲ ਰਹਿ ਕੇ, ਚੌਥੇ ਦਿਨ ਕੁਝ ਮੰਗ ਰਿਹਾ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਭਾਈ ਮਰਦਾਨਾ ਜੀ 3 ਦਿਨ ਭੁੱਖੇ ਰਹਿ ਰਹੇ ਆ, ਚੌਥੇ ਦਿਨ ਜੇ ਉਹ ਰੋਟੀ ਮੰਗ ਲੈਂਦੇ ਆ, ਇਹਦੇ ਵਿੱਚ ਕੋਈ ਇਹ ਗੱਲ ਨਹੀਂ ਕਿ ਉਹ ਕੁਝ ਗਲਤ ਕਰ ਰਹੇ ਆ। ਬੰਦੇ ਨੂੰ ਭੁੱਖ ਲੱਗਦੀ ਆ, ਸਾਨੂੰ ਰੋਜ਼ ਲੱਗਦੀ ਆ, 3 ਟਾਈਮ ਲੱਗਦੀ ਆ, ਕਈਆਂ ਨੂੰ 5 ਟਾਈਮ ਲੱਗਦੀ। ਉਹਦਾ ਤੀਜੇ ਦਿਨ ਚੌਥੇ ਦਿਨ ਮੰਗਦੇ ਆ ਰੋਟੀ, ਤੇ ਉਹ ਕਹਿੰਦੇ ਨੇ ਬਾਬਾ ਮੈਨੂੰ ਭੁੱਖ ਲੱਗੀ ਆ, ਗੁਰੂ ਨਾਨਕ ਸਾਹਿਬ ਜੀ ਮੈਨੂੰ ਭੁੱਖ ਲੱਗੀ ਆ, ਮੈਂ ਕੀ ਕਰਾਂ? ਤੇ ਉਹ ਕਹਿੰਦੇ ਮੈਨੂੰ ਇਉਂ ਲੱਗਦਾ ਮੈਂ ਮਰ ਜੂੰਗਾ। ਇਹ ਪਹਿਲੀ ਦਫਾ ਉਹਨਾਂ ਨੇ ਕਿਹਾ ਵੀ ਜੇ ਮੈਨੂੰ ਹੁਣ ਰੋਟੀ ਨਾ ਮਿਲੀ ਚੌਥੇ ਦਿਨ, ਕਹਿੰਦੇ ਮੈਂ ਮਰ ਜੂੰਗਾ। ਗੁਰੂ ਨਾਨਕ ਸਾਹਿਬ ਜੀ ਹੱਸ ਪਏ, ਕਹਿੰਦੇ ਮਰਦਾਨਿਆ ਜੇ ਤੂੰ ਮਰ ਗਿਆ ਨਾ, ਕਵੀ ਜੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਮੈਂ ਤੈਨੂੰ ਜਿਉਂਦਾ ਕਰ ਲੂੰਗਾ ਦੁਬਾਰਾ, ਮੈਂ ਨਹੀਂ ਤੈਨੂੰ ਮਰਨ ਦਿੰਦਾ। ਤਾਂ ਤੇਰਾ ਨਾਂ ਹੀ ਮਰਦਾਨਾ, ਤੂੰ ਕਦੇ ਨਹੀਂ ਮਰਨਾ। ਤਾਂ ਉਹਨਾਂ ਨੇ ਕਿਹਾ ਵੀ ਤੇਰੀ ਅਵਸਥਾ ਨੇ ਤੈਨੂੰ ਮਰਨ ਨਹੀਂ ਦੇਣਾ। ਅੱਜ ਵੀ ਇੱਥੇ ਹੀ ਆ ਭਾਈ ਮਰਦਾਨਾ ਜੀ, ਕਿਤੇ ਨਹੀਂ ਗਏ। ਤਾਂ ਫਿਰ ਉਹ ਕਹਿੰਦੇ ਜੇ ਤੈਨੂੰ ਭੁੱਖ ਲੱਗੀ ਆ, ਉਹ ਸਾਹਮਣੇ ਦੇਖ, ਅੱਕ ਦਾ ਜਿਹੜਾ ਬੂਟਾ ਹੈ ਨਾ, ਉਹਨੂੰ ਜਿਹੜਾ ਫਲ ਲੱਗਦਾ, ਉਹ ਦੇਖਣ ਨੂੰ ਇੱਕ ਆਕਾਰ ਉਹਦਾ ਅੰਬ ਜੈਸਾ ਹੁੰਦਾ ਥੋੜਾ, ਕਹਿੰਦੇ ਉਹਨੂੰ ਤੋੜ ਕੇ ਖਾ। ਕਹਿੰਦੇ ਬਾਬਾ ਇੱਕ ਮਜ਼ਾਕ ਆ ਮੇਰੇ ਨਾਲ, ਮੈਂ ਮਰ ਜੂੰਗਾ। ਕਹਿੰਦੇ ਅੱਕ ਦੇ ਵਿੱਚ ਜ਼ਹਿਰ ਹੁੰਦੀ ਹੈ, ਕਹਿੰਦੇ ਨਹੀਂ, ਕੁਝ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਉਹ ਅੱਕ ਦੇ ਬੂਟੇ ਨੂੰ ਦੇਖਿਆ, ਦੇਖਣ ਨਾਲ ਹੀ ਉਹ ਅੰਮ੍ਰਿਤ ਹੋ ਗਏ, ਦੇਖਣ ਕਰਕੇ ਹੀ ਬਸ ਉਹਦਾ ਜ਼ਹਿਰ ਜਿਹੜੀ ਸੀ ਖਤਮ ਹੋ ਗਈ। ਬਾਬੇ ਨੇ ਦੇਖਿਆ, ਤਾਂ ਹੀ ਆਪਾਂ ਕਹਿੰਦੇ ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ, ਅੱਕ ਤੇ ਖਖੜੀਆਂ ਨੂੰ ਵੇਖ ਕੇ ਨਿਹਾਲ ਕੀਤਾ, ਅੰਬ ਅਨਾਰ ਮਰਦਾਨਾ ਤੋੜ ਤੋੜ ਖਾਂਦਾ। ਉਹ ਤਾਂ ਅਨਾਰ ਜੈਸੇ ਹੋ ਗਏ, ਉਹ ਤਾਂ ਅੰਬ ਜੈਸੇ ਹੋ ਗਏ, ਉਹ ਅੱਕ ਦੇ ਫਲ। ਭਾਈ ਮਰਦਾਨਾ ਜੀ ਨੇ ਤੋੜੇ ਤੇ ਖਾਧੇ। ਕਵੀ ਜੀ ਕਹਿੰਦੇ ਇੱਥੋਂ ਤੱਕ ਲਿਖਿਆ ਕਿ ਉਹਨਾਂ ਆਖਿਆ ਮਰਦਾਨਿਆਂ ਨੂੰ ਪੱਲੇ ਨਾ ਬੰਨੀ। ਬਸ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਫੜ ਲੈਂਦੇ ਹਾਂ, ਘੁੱਟ ਕੇ ਫੜ ਲੈਂਦੇ ਹਾਂ ਕਿ ਇਹ ਚੀਜ਼ ਮੈਂ ਹੁਣ ਛੱਡਦਾ ਨਹੀਂ, ਇਹਨੂੰ ਮੋਹ ਕਹਿੰਦੇ, ਪਕੜ ਕਹਿੰਦੇ, ਉਹ ਤੰਗ ਕਰਦੀ ਹੈ ਚੀਜ਼। ਭਾਈ ਮਰਦਾਨਾ ਜੀ ਨੇ ਜਿੰਨੇ ਉੱਥੇ ਖਾਧੇ ਉਹ ਤਾਂ ਅੰਮ੍ਰਿਤ ਸੀਗੇ, ਉਹ ਤਾਂ ਬਹੁਤ ਰਸੀਲੇ ਸੀ, ਪਰ ਜਿਹੜੇ ਤੋੜ ਕੇ ਪੱਲੇ 'ਚ ਬੰਨੇ ਤੇ ਬਾਬੇ ਤੋਂ ਚੋਰੀ ਬਾਅਦ ਵਿੱਚ ਖਾਣਾ ਚਾਹਿਆ ਕਿ ਚਲੋ ਇੱਕ ਟਾਈਮ ਦਾ ਇੱਕ ਡੰਗ ਦਾ ਸਰਜੂ, ਉਹ ਬਹੁਤ ਕੜੱਤਨ ਨਾਲ ਭਰੇ ਸੀ। ਫਿਰ ਉਹ ਇਸ ਤਰ੍ਹਾਂ ਬਾਅਦ ਵਿੱਚ ਉਹਨਾਂ ਨੂੰ ਥੁੱਕਣਾ ਪਿਆ ਉਹ
ਕੁਰਲੀਆਂ ਕਰਨੀਆਂ ਪਈਆਂ ਬਹੁਤ ਜ਼ਿਆਦਾ। ਫਿਰ ਗੁਰੂ ਨਾਨਕ ਸਾਹਿਬ ਜੀ ਫਿਰ ਉੱਤੇ ਹੱਸਦੇ ਆ, ਕਹਿੰਦੇ ਨੇ ਭਾਈ ਸਾਹਿਬ ਮਰਦਾਨਾ ਜੀ, ਅਸਲ ਦੇ ਵਿੱਚ ਜਦੋਂ ਆਪਾਂ ਆਪਣੇ ਮੁਰਸ਼ਿਦ ਦਾ ਕਹਿਣਾ ਨਹੀਂ ਮੰਨਦੇ, ਜਦੋਂ ਆਪਾਂ ਆਪਣੇ ਗੁਰੂ ਦਾ ਕਹਿਣਾ ਨਹੀਂ ਮੰਨਦੇ, ਉਦੋਂ ਕਲਯੁਗ ਵੀ ਬੰਦੇ ਲਈ ਅੱਕ ਆ। ਕਲਯੁਗ ਦਾ ਜ਼ਮਾਨਾ ਬੰਦੇ ਲਈ ਜ਼ਹਿਰ ਆ। ਜਦੋਂ ਆਪਾਂ ਗੁਰੂ ਦਾ ਕਹਿਣਾ ਮੰਨਦੇ ਹਾਂ, ਉਦੋਂ ਭਾਵੇਂ ਕਲਯੁਗ ਆ, ਭਾਵੇਂ ਸਤਯੁਗ ਆ, ਭਾਵੇਂ ਕੋਈ ਵੀ ਯੁੱਗ ਆ, ਉਹਨੇ ਤੁਹਾਨੂੰ ਕੁਝ ਵੀ ਨਹੀਂ ਕਰਨਾ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ। ਜਿਹੜਾ ਗੁਰਸਿੱਖ ਆਪਣੇ ਗੁਰੂ ਦੇ ਦੱਸੇ ਰਾਹ ਤੇ ਟੁਰ ਪਿਆ, ਉਹਨੂੰ ਕਲਯੁਗ ਕੀ ਕਹਿ ਦੂਗਾ। ਕਲਯੁਗ ਉਹਦਾ ਕੁਝ ਨਹੀਂ ਵਿਗਾੜ ਸਕਦਾ। ਆਪਾਂ ਕਹਿੰਦੇ ਜ਼ਮਾਨਾ ਬਹੁਤ ਖਰਾਬ ਆ, ਬਹੁਤ ਖਰਾਬ ਆ, ਪਰ ਜੇ ਤੁਸੀਂ ਗੁਰੂ ਦੇ ਦੱਸੇ ਰਾਹ ਤੇ ਟੁਰਦੇ ਹੋ, ਇਹ ਚੀਜ਼ਾਂ ਤੁਹਾਨੂੰ ਕੁਝ ਵੀ ਨਹੀਂ ਕਹਿਣਗੀਆਂ। ਪੈਸਾ ਤੁਹਾਨੂੰ ਹੰਕਾਰ 'ਚ ਨਹੀਂ ਲਿਆ ਸਕਦਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਗੁਰੂ ਨਾਲੋਂ ਕਦੇ ਵੀ ਵਿਛੋੜ ਨਹੀਂ ਸਕਦੀਆਂ, ਜੇ ਤੁਸੀਂ ਗੁਰੂ ਦਾ ਬਚਨ ਕਮਾਲੋ, ਜੇ ਤੁਹਾਡੇ 'ਤੇ ਉਹਦੀ ਕਿਰਪਾ ਹੋ ਜੇ। ਇਹ ਅਸਲ ਗੱਲ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸਾਨੂੰ ਕਹੀ ਆ। ਕੋਈ ਜਾਣੇ ਕਵਣ ਇਹਾਂ ਜਗ ਮੀਤ। ਕੋਈ ਇਸ ਗੱਲ ਨੂੰ ਸਮਝ ਪਾਉਂਦਾ ਕਿ ਅਸਲੀ ਮਿੱਤਰ ਕੌਣ, ਜਿਹਦੇ ਤੇ ਕਿਰਪਾ ਹੁੰਦੀ ਹੈ, ਜਿਸ ਹੋਏ ਕਿਰਪਾਲ। ਜਿਹੜਾ ਗੁਰਸਿੱਖ ਹਜੇ ਇਹ ਮੰਨਦਾ ਕਿ ਅੱਧੀ ਚੀਜ਼ ਮੈਂ ਕਰ ਰਿਹਾ, ਅੱਧੀ ਚੀਜ਼ ਰੱਬ ਕਰ ਰਿਹਾ, ਉਹ ਪੂਰਨ ਨਹੀਂ ਹੈਗਾ, ਉਹ ਸੰਪੂਰਨ ਨਹੀਂ ਹੈਗਾ, ਹਜੇ ਉਹ ਦੁਬਿਧਾ 'ਚ। ਜਿਹੜਾ ਬੰਦਾ ਇਹ ਮੰਨ ਲੈਂਦਾ ਹੈ ਕਿ ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ, ਸਭ ਕੁਝ ਉਹਦੇ ਤੋਂ ਹੋ ਰਿਹਾ, ਜਿਹਨੂੰ ਵੇਦ ਵਿਆਸ ਜੀ ਤਾਂ ਇੱਥੋਂ ਤੱਕ ਕਹਿੰਦੇ ਆ, ਕਹਿੰਦੇ ਸਾਰਾ ਬ੍ਰਹਿਮੰਡ ਜਿਹੜਾ ਵਾ, ਸਾਰਾ ਬ੍ਰਹਿਮੰਡ ਉਹ ਰੱਬ ਦੀ ਧੜਕਣ ਆ। ਜਿੰਨੀ ਆਪਾਂ ਸਾਰੀਆਂ ਚੀਜ਼ਾਂ ਵੇਖ ਰਹੇ ਹਾਂ ਕਿ ਉਹੀ ਧੜਕ ਰਹੀ ਆ, ਉਹਦਾ ਦਿਲ ਧੜਕ ਰਿਹਾ ਜੋ ਆਪਾਂ ਵੇਖ ਰਹੇ ਹਾਂ, ਇਹ ਸਾਰਾ ਕੁਝ ਉਹਦਾ ਹੀ ਆ, ਉਹਦੀ ਧੜਕਣ ਆ। ਅਸੀਂ ਸਾਰੇ ਬ੍ਰਹਿਮੰਡ 'ਚ ਸਾਰੀ ਚੀਜ਼ ਆ ਜਾਂਦੀ ਹੈ ਤਾਂ ਉਹੀ ਆ, ਉਹ ਹੀ। ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਏਕ ਤੂੰ ਹੀ, ਨਦਸ ਤੂੰ ਹੀ, ਨਟਸ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਇਹ ਅਕਾਲ ਉਸਤਤ ਵਿੱਚ ਬਹੁਤ ਤੁਹਾਨੂੰ ਮਿਲਣਗੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। ਤੇ ਜਿਸ ਹੋਏ ਕਿਰਪਾਲ, ਬਸ ਜਿਹਦੇ ਤੇ ਕਿਰਪਾ ਹੋ ਜਾਂਦੀ ਆ, ਉਹ ਕਹਿੰਦਾ ਹੈ ਕਿ ਸਭ ਕੁਝ ਉਹ ਕਰਦਾ। ਜਿਹਦੇ ਤੇ ਕਿਰਪਾ ਨਹੀਂ ਹੁੰਦੀ, ਉਹਨੂੰ ਲੱਗਦਾ ਮੈਂ ਕਰਦਾ, ਬਸ ਉਹਦੇ ਵਿੱਚ ਉਹ ਚੀਜ਼ ਛੁਪੀ ਹੋਈ ਆ। ਮਾਤ ਪਿਤਾ ਬਣਤਾ ਸੁਤ ਬੰਦਪ। ਮਾਂ ਪਿਓ ਹੈਗੇ ਆ, ਰਿਸ਼ਤੇਦਾਰ ਹੈਗੇ ਆ, ਬਹੁਤ ਵਧੀਆ ਹੈਗੇ ਨੇ। ਮਾਂ ਪਿਓ ਸਾਨੂੰ ਸਾਂਭ ਸਕਦੇ ਆ, ਮਾਂ ਪਿਓ ਸਾਨੂੰ ਸਾਰੀਆਂ ਚੀਜ਼ਾਂ, ਸਾਡੇ ਸ਼ੌਂਕ ਪੂਰੇ ਕਰ ਸਕਦੇ ਆ, ਮਾਂ ਪਿਓ ਸਾਨੂੰ ਚੰਗੀ ਸਿੱਖਿਆ ਦੇ ਸਕਦੇ ਆ, ਰਿਸ਼ਤੇਦਾਰ ਲੋੜ ਪੈਣ 'ਤੇ ਪੈਸੇ ਦੇ ਸਕਦੇ ਆ, ਜਾਂ ਅਸੀਂ ਬਿਮਾਰ ਹੋ ਗਏ ਸਾਨੂੰ ਸਾਂਭ ਸਕਦੇ ਆ ਕਿ ਘਰ ਵਾਲੀ ਚੰਗਾ ਭੋਜਨ ਬਣਾ ਕੇ ਦੇ ਸਕਦੀ ਆ, ਅਸੀਂ ਉਹਦੇ ਸ਼ੌਂਕ ਪੂਰੇ ਕਰ ਸਕਦੇ ਆ। ਪਰ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸਾਰੇ ਨਾਤੇ ਜਿਹੜੇ ਆ, ਇਹ ਪੂਰਵਲੇ ਸੰਸਕਾਰਾਂ ਕਰਕੇ ਮਿਲੇ ਹੋਏ ਆ। ਅਸੀਂ ਕਿਸੇ ਤੋਂ ਕੁਝ ਲੈਣਾ ਹੈ, ਕਿਸੇ ਨੇ ਸਾਡਾ ਕੁਝ ਦੇਣਾ ਹੈ, ਤੇ ਉਹ ਸਾਨੂੰ ਇਸ ਤਰ੍ਹਾਂ ਆ ਕੇ ਮਿਲੇ ਨੇ। ਪਰ ਇਹ ਉੱਥੇ ਨਹੀਂ ਕੰਮ ਆਉਣਗੇ ਜਿੱਥੇ ਤੁਸੀਂ ਕਹਿੰਦੇ ਹੋ ਹੁਣ ਮੈਨੂੰ ਮੌਤ ਤੋਂ ਡਰ ਨਾ ਲੱਗੇ। ਜਦੋਂ ਆਪਾਂ ਮਰਨਾ ਹੈ, ਉਹ ਚੀਜ਼ ਜਿਹੜੀ ਆ ਵੀ ਹੁਣ ਮੇਰਾ ਜੀਵਨ ਐਸਾ ਹੋ ਜੇ ਕਿ ਮੈਨੂੰ ਮੌਤ ਤੋਂ ਡਰ ਨਾ ਲੱਗੇ, ਮਾਂ ਨਹੀਂ ਉਹ ਕਰ ਸਕਦੀ। ਪਿਤਾ ਜੀ ਬਹੁਤ ਸਤਿਕਾਰਯੋਗ ਹਸਤੀ ਆ, ਸਾਰੇ ਪਿਤਾ ਦਾ ਬਹੁਤ ਸਤਿਕਾਰ ਆ। ਦੁਨੀਆ ਦੇ ਜਿੰਨੇ ਵੱਸਦੇ ਆ ਮਾਵਾਂ ਨੇ, ਉਹਨਾਂ ਨੂੰ ਬਹੁਤ ਪਿਆਰ ਆ, ਪਰ ਮਾਂ ਇਹ ਕਰ ਨਹੀਂ ਸਕਦੀ। ਰਿਸ਼ਤੇਦਾਰ ਤੁਹਾਨੂੰ ਪੈਸੇ ਦੇ ਦੇਣਗੇ, ਪਰ ਉਹ ਕਰ ਨਹੀਂ ਸਕਦੇ। ਜਿੱਥੇ ਆਪਾਂ ਕਹਿੰਦੇ ਹੁਣ ਮੈਨੂੰ ਮੌਤ ਦਾ ਡਰ ਨਹੀਂ ਹੈਗਾ, ਅੰਤੇ ਕੋ ਨਾ ਸਹਾਈ, ਵੀ ਹੁਣ ਮੌਤ ਆਉਂਦੀ ਆਵੇ, ਹੁਣ ਕੋਈ ਗਮ ਨਹੀਂ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਸਾਹਿਬ ਕਰ ਸਕਦੇ। ਇੱਥੇ ਗੁਰੂ ਸਾਹਿਬ ਰਿਸ਼ਤਿਆਂ ਨੂੰ ਕੱਟ ਨਹੀਂ ਰਹੇ। ਇਹ ਨਹੀਂ ਕਹਿ ਰਹੇ ਮਾਂ ਪਿਓ ਜਾਂ ਰਿਸ਼ਤੇਦਾਰ ਉਹਨਾਂ ਨਾਲ ਵਰਤੋਂ ਨਾ ਕਰੋ, ਵਰਤ ਵਰਤਾਵਾ ਨਾ ਰੱਖੋ। ਉਹਨਾਂ ਨੇ ਇਹ ਚੀਜ਼ ਦੱਸੀ ਆ ਕਿ ਮਾਂ ਪਿਓ ਦੀ ਕੋਈ ਆਪਣੀ ਜਗ੍ਹਾ ਹੈ, ਪਰ ਗੁਰੂ ਇਹਨਾਂ ਤੋਂ ਬਹੁਤ ਉੱਚਾ ਵਾ। ਗੁਰੂ ਦਾ ਲੈਵਲ ਬਹੁਤ ਹਾਈ ਆ। ਉਹਦੇ ਵਿੱਚੋਂ ਤੁਹਾਨੂੰ ਮਾਂ ਦਾ ਪਿਆਰ ਵੀ ਮਿਲੂਗਾ। ਗੁਰੂ ਸਾਹਿਬ ਦੇ ਵਿੱਚੋਂ ਮਾਂ ਦਾ ਪਿਆਰ ਹੀ ਮਿਲੂਗਾ, ਜਾਂ ਮਾਂ ਵੱਧ ਤੋਂ ਵੱਧ ਪਿਤਾ ਬਣ ਜੂਗੀ ਜਾਂ ਧੀ ਬਣ ਜੂਗੀ। ਇਸ ਤਰ੍ਹਾਂ ਤੁਹਾਨੂੰ ਦੁੱਖ ਸੁੱਖ ਸੁਣ ਦੂਗੀ। ਗੁਰੂ ਨੇ ਸਭ ਕੁਝ ਬਣਨਾ। ਗੁਰੂ ਕੋਲ ਜਿਹੜਾ ਪਿਆਰ ਆ, ਉਹ ਮਾਂ ਵਾਲਾ ਪਿਆਰ ਵੀ ਆ। ਗੁਰੂ ਮਾਂ ਵਾਲਾ ਪਿਆਰ ਵੀ ਦਿੰਦਾ, ਪਿਤਾ ਵਾਲਾ ਪਿਆਰ ਵੀ ਦਿੰਦਾ,
ਦੋਸਤ ਵਾਲਾ ਪਿਆਰ ਵੀ ਗੁਰੂ ਸਾਹਿਬ ਬਖਸ਼ਦੇ ਆ। ਭਾਈ ਮਰਦਾਨਾ ਜੀ ਨੂੰ ਦੋਸਤ ਵਾਲਾ ਪਿਆਰ ਵੀ ਦਿੱਤਾ। ਉਸਤਾਦ ਵਾਲੀ ਝੜਕ ਵੀ ਹੁੰਦੀ ਆ ਗੁਰੂ ਕੋਲੇ। ਗੁਰੂ ਸਾਹਿਬ ਕੋਲ ਸਾਰੇ ਰਿਸ਼ਤੇ ਆ, ਤਾਂ ਹੀ ਉਹ ਕਹਿੰਦੇ ਨੇ ਤੂੰ ਸਾਰੇ ਰਿਸ਼ਤੇ ਮੈਂ ਵਾਰ ਦਿੰਦਾ। ਗੁਰੂ ਸਾਹਿਬ ਤੋਂ ਸਾਰੇ ਪਿਆਰ ਮਿਲਦੇ ਆ। ਤਾਂ ਅੰਤੇ ਕੋ ਨਾ ਸਹਾਈ, ਪੂਰਵ ਜਨਮ ਕੇ ਮਿਲੇ ਸੰਜੋਗੀ। ਗੁਰੂ ਸਾਹਿਬ ਵਾਰ-ਵਾਰ ਕਹਿ ਰਹੇ ਆ। ਇੰਨੀਆਂ ਉਦਾਹਰਨਾਂ ਉਹਨਾਂ ਨੇ ਦੇ ਦਿੱਤੀਆਂ। ਗੱਲ ਬਸ ਇਹ ਹੁੰਦੀ ਆ ਵੀ ਉਹਦੀ ਕਿਰਪਾ ਦੀ। ਇੱਕ ਛੋਟੀ ਜਿਹੀ ਗੱਲ ਬੰਦੇ ਦੇ ਪੱਲੇ ਜਦੋਂ ਪੈ ਜਾਂਦੀ ਹੈ, ਬਸ ਉਹਦਾ ਜੀਵਨ ਬਦਲ ਜਾਂਦਾ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਤਾਂ ਬਹੁਤ ਕੁਝ ਇੱਥੇ ਆਪਾਂ ਦਿੰਦੇ ਹਾਂ ਵੀ ਵਾਹਿਗੁਰੂ ਦੇ ਹੁਕਮ 'ਚ ਹੀ ਚੱਲ ਰਿਹਾ। ਲੋਕ ਕੁਝ ਐਸੇ ਨੇ, ਉਹ ਕੈਂਪਾਂ 'ਚ ਫੀਸ ਭਰੀ ਜਾਂਦੇ ਆ, ਉਹਨਾਂ ਤੋਂ ਮੈਡੀਟੇਸ਼ਨ ਕਰਵਾਉਂਦੇ ਆ, ਅੱਖਾਂ ਮੀਟ ਕੇ ਬਿਠਾ ਲੈਂਦੇ ਆ। ਰੱਬ ਨੂੰ ਪਾਉਣ ਦਾ ਕੋਈ ਕੋਰਸ ਨਹੀਂ ਹੁੰਦਾ, ਇਹ ਕਿਰਪਾ ਹੁੰਦੀ ਹੈ ਗੁਰੂ ਦੀ। ਇਹ ਤੁਹਾਡੇ 'ਤੇ ਕਿਰਪਾ ਹੋਣੀ ਜ਼ਰੂਰੀ ਆ। ਅਤੇ ਤੁਹਾਡੇ ਜਿਹੜੇ ਝਿਮਣੇ ਆ, ਭਾਈ ਨੰਦ ਲਾਲ ਜੀ ਕਹਿੰਦੇ, ਉਹ ਗਿੱਲੇ ਰਹਿਣੇ ਜ਼ਰੂਰੀ ਆ। ਜਿਹੜੇ ਤੁਹਾਡੇ ਅੱਖਾਂ ਦੇ ਝਿਮਣੇ ਆ, ਅੱਖਾਂ ਦੀਆਂ ਪਲਕਾਂ ਨੇ, ਇਹਨਾਂ ਦਾ ਗਿੱਲੇ ਰਹਿਣਾ ਬਹੁਤ ਜ਼ਰੂਰੀ ਆ। ਪਾਣੀ ਨਾਲ ਵੀ ਨਹੀਂ ਤੁਸੀਂ ਪਾਣੀ ਮਾਰ ਕੇ ਗਿੱਲੀਆਂ ਕਰ ਲਓ, ਨਹੀਂ, ਉਹ 'ਚ ਹੰਝੂ ਡਿੱਗਣੇ ਚਾਹੀਦੇ ਆ ਗੁਰੂ ਲਈ। ਗੁਰੂ ਸਾਹਿਬ ਮੈਂ ਤੇਥੋਂ ਵਿਛੜਿਆ, ਫੇਰ ਉਹ ਗੱਲ ਬਣਦੀ ਆ। ਤਾਂ ਪਹਿਲਾਂ ਉਹ ਚੀਜ਼ ਹੋਊਗੀ, ਅੱਖਾਂ ਦੇ ਝਿਮਣੇ ਗਿੱਲੇ ਹੋਣਗੇ। ਉਹ ਝਿਮਣੇ ਗਿੱਲੇ ਹੋਣ ਤੋਂ ਬਾਅਦ ਤੁਹਾਡੇ ਪਾਪ ਤੁਹਾਡੇ ਹੰਝੂਆਂ ਨਾਲ ਧੋਤੇ ਜਾਣਗੇ। ਉਸ ਤੋਂ ਬਾਅਦ ਤੁਸੀਂ ਸਿਮਰਨ ਵੱਲ ਆਓਗੇ। ਸਿਮਰਨ ਕਰਦੇ ਕਰਦੇ ਕਰਦੇ, ਜਿਵੇਂ ਸੂਰਜ ਕਿਰਨ ਸੂਰਜ ਆ, ਬਰਫ਼ ਪਾਣੀ ਆ, ਪਾਣੀ ਬਰਫ਼ ਆ, ਪਾਣੀ ਬਰਫ਼ ਆ, ਬਰਫ਼ ਪਾਣੀ ਆ, ਪਿਘਲ ਕੇ ਉਹ ਪਾਣੀ ਆ। ਫਿਰ ਤੁਹਾਡਾ ਕਠੋਰ ਹਿਰਦਾ ਪਿਘਲ ਜੂਗਾ ਅਤੇ ਪਾਣੀ ਬਰਫ਼ ਪਾਣੀ ਹੋ ਜੂਗੀ। ਹੁਣ ਆਪਾਂ ਬਰਫ਼ ਆ, ਪਾਣੀ ਆਪਾਂ ਉਦੋਂ ਹੋਵਾਂਗੇ ਜਦੋਂ ਵਾਹਿਗੁਰੂ ਨਾਲ ਜੁੜਾਂਗੇ। ਇਹ ਸਾਰੀਆਂ ਗੱਲਾਂ ਬਾਣੀ ਨੂੰ ਦੱਸਦੀ ਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਵਾਹਿਗੁਰੂ ਹੈਗਾ ਤਾਂ ਮੈਂ ਪਾਣੀ ਹੋਈ ਹਾਂ, ਪਰ ਹੁਣ ਮੈਂ ਬਰਫ਼ ਬਣ ਗਿਆ, ਉਹਨੂੰ ਭੰਨਣਾ ਪੈਂਦਾ। ਤੂੰ ਮੈਨੂੰ ਆਪਣੀ ਬਾਣੀ ਦੇ, ਮੈਂ ਕੋਮਲ ਹੋਵਾਂ। ਅਸਲ ਚੀਜ਼ ਹੈਗਾ ਮੈਂ ਪਾਣੀ ਹੋਈ ਹਾਂ, ਮੈਂ ਆਪਦੀ ਹਉਮੈ ਕਰਕੇ ਬਰਫ਼ ਬਣ ਗਿਆ, ਤਾਂ ਉਹਨੂੰ ਮੈਂ ਪਿਘਲਾਉਣਾ ਚਾਹੁੰਦਾ। ਪਿਘਲੇ ਬਿਨਾਂ ਗੱਲ ਨਹੀਂ ਬਣਦੀ, ਪਿਘਲੇ ਬਿਨਾਂ ਲੀਨ ਨਹੀਂ ਹੋਇਆ ਜਾਣਾ ਪਾਣੀ 'ਚ ਪਾਣੀ। ਤੂੰ ਸਮੁੰਦਰ ਆ, ਮੈਂ ਬਰਫ਼ ਬਣਿਆ ਫਿਰਦਾ ਹਾਂ। ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸੰਗਤ ਜੀ ਸਾਡੇ 'ਤੇ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਈਹਾਂ ਸੁਖ ਆਗੈ ਮੁਖ ਊਜਲ, ਸੰਗ ਸੰਤਨ ਕੈ ਪਾਈਏ। ਅੱਜ ਦੇ ਦੀਵਾਨ ਜੀ ਦਾ ਇਤਨਾ ਹੀ ਹੈ। ਸੋ ਆਓ ਆਪਾਂ ਹੁਣ ਵਾਹਿਗੁਰੂ ਜੀ ਦਾ 1 ਮਿੰਟ ਪੂਰਾ ਸਭ ਕੁਝ ਭੁਲਾ ਕੇ ਉਹਦੇ ਹੋ ਕੇ ਹੀ ਵਾਹਿਗੁਰੂ ਕਹੀਏ ਅਤੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂੰ ਠਾਕੁਰ ਤੁਮ ਪਹਿਰ